ਵਧੀਆ ਹੋ ਜਾਂਦੀ। ਐਡੀ ਉਪਜਾਊ ਧਰਤੀ ਹੈ। ਕੈਨੇਡਾ ਅਮਰੀਕਾ 20 ਤੋਂ 25% ਦਾਣੇ ਪੈਦਾ ਕਰਦਾ ਹੈ, ਪਰ ਸਾਡਾ ਦੁੱਖ ਇਹ ਹੈ ਵੀ 20 ਤੋਂ 25% ਵਾਲੇ ਮੌਜਾਂ ਕਰਦੇ ਆ, ਅਸੀਂ ਸੜਕਾਂ ਤੇ ਬੈਠੇ ਆ। ਆਖੋ ਸਤਨਾਮ ਵਾਹਿਗੁਰੂ ਜੀ। ਪਰ ਦੁੱਖ ਇਹ ਹੈ ਵੀ ਜਿੱਡੀ ਉਪਜਾਊ ਧਰਤੀ ਹੈ ਉੱਡਾ ਮੁੱਲ ਮਿਲਿਆ ਨਹੀਂ। ਤੇ ਆ ਜਿਹੜੇ ਬਿੱਲ ਪਾਸ ਹੋਏ ਨਾ, 1 ਮਿੰਟ ਇਹਨਾਂ ਦੀ ਇੱਕ ਪੁਆਇੰਟ ਸੁਣ ਲਓ, ਮੈਂ ਬਹੁਤਾ ਨਹੀਂ ਕਹਿਣਾ। 25 ਪੇਜਾਂ ਦਾ ਬਿੱਲ ਹੈ, ਪੰਜਾਬੀ ਦੇ ਵਿੱਚ ਜੇ ਪੜੋਗੇ 25 ਪੇਜ ਨੇ। ਉਹਦੇ ਵਿੱਚ ਇੱਕ ਪੁਆਇੰਟ ਐਸਾ ਹੈ ਵੀ ਅੱਜ ਜਿਹੜੇ ਆ ਲੀਡਰ ਸ਼ੀਡਰ ਕਹਿੰਦੇ ਫਿਰਦੇ ਨੇ ਨਾ ਵੀ ਇਹ ਜਿਹੜੇ ਕਿਸਾਨ ਜਿਨ੍ਹਾਂ ਨੂੰ ਕਿਹਾ ਜਾਂਦਾ ਵੀ ਧਰਨਿਆਂ ਤੇ ਬੈਠੇ ਆ, ਇਹ ਕਿਸਾਨ ਨਹੀਂ, ਇਹ ਸਰਕਾਰੀ ਬੰਦੇ ਬੈਠੇ। ਬਿਆਨ ਆਉਂਦੇ ਨਾ ਮੰਤਰੀਆਂ ਦੇ। ਪਰ ਮੈਂ ਬੇਨਤੀ ਕਰ ਰਿਹਾ ਵੀ 70 ਸਾਲ ਦੀ ਉਮਰ 'ਚ ਬਾਪੂ ਕਾਹਤੇ ਮੋਰਚੇ 'ਚ ਬੈਠਾ ਜਾ ਗਿਆ? 85 ਸਾਲ ਦੀ ਮਾਤਾ ਕਿਉਂ ਠੰਡ ਦੇ ਵਿੱਚ ਜਾ ਕੇ ਦਿੱਲੀ ਬੈਠੀ ਹੈ ਅੱਜ? ਕਿਉਂਕਿ ਉਹ ਜਿਹੜੇ ਬਿੱਲ ਪਾਸ ਹੋ ਗਏ, ਉਹਨਾਂ ਬਿੱਲਾਂ ਦੇ ਵਿੱਚ ਇੱਕ ਪੁਆਇੰਟ ਇਹ ਹੈ ਵੀ ਜਿਹੜਾ ਬੰਦਾ ਚਾਹਵੇ, ਕੋਈ ਬਿਜ਼ਨਸਮੈਨ, ਕੋਈ ਵੱਡਾ ਘਰਾਣਾ, ਉਹ ਤੁਹਾਡੀ ਜ਼ਮੀਨ ਲੀਜ਼ ਤੇ ਲੈ ਸਕਦਾ ਹੈ। ਗੌਰ ਨਾਲ ਸੁਣਿਓ, ਸਮਝ ਲਿਓ। ਤੁਹਾਡੀ ਜ਼ਮੀਨ ਨੂੰ ਲੀਜ਼ ਤੇ ਲੈ ਸਕਦਾ ਹੈ। 5 ਸਾਲ ਲਈ ਲੈ ਲਵੇ, 10 ਸਾਲ ਲਈ ਲੈ ਲਵੇ, 20 ਸਾਲ ਲਈ ਲੈ ਲਵੇ। ਤੇ ਪਿਆਰਿਓ, ਜਦੋਂ ਲੀਜ਼ ਤੇ ਬੰਦਾ ਜ਼ਮੀਨ ਲਊਗਾ, ਅੱਜ ਜੇ ਠੇਕਾ 30,000 ਹੈ ਤੇ ਵੱਡੇ ਘਰਾਣੇ ਤੁਹਾਨੂੰ ਲੱਖ ਰੁਪਈਆ ਦੇਣਗੇ ਖੇਤ ਦਾ। ਆਖੋ ਸਤਨਾਮ ਵਾਹਿਗੁਰੂ ਜੀ। ਬੇਨਤੀ ਨੂੰ ਧਿਆਨ ਨਾਲ ਸਮਝਿਓ ਜਿਹੜੀ ਕਰ ਰਹੇ ਆ। ਅਸੀਂ ਤਾਂ 30 ਤੋਂ 32,000 ਕੋਈ ਠੇਕਾ ਦੇ ਦੇਵੇ ਤਾਂ ਬੰਦੇ ਨੂੰ ਬਦਲ ਲਈਦਾ ਵੀ 2,000 ਵੱਧ ਮਿਲਦਾ। ਤੇ ਜਦੋਂ ਅਗਲਾ ਆ ਕੇ ਕਹੂਗਾ ਵੀ ਲੱਖ ਖੇਤ ਦਾ ਲੈ ਲੈ 5 ਸਾਲ ਲਈ, 1 ਸਾਲ ਦਾ ਲੱਖ ਰੁਪਈਆ, 5 ਸਾਲਾਂ ਦਾ ਤੇਰੇ ਨਾਲ ਐਗਰੀਮੈਂਟ ਕਰਦੇ ਆ, 10 ਸਾਲਾਂ ਦਾ ਐਗਰੀਮੈਂਟ ਕਰਦੇ ਆ, ਤੇ ਕਿਹੜਾ ਜਿਹੜਾ ਨਹੀਂ ਲੱਖ ਰੁਪਈਆ ਲੈਂਦਾ? ਫਿਰ ਆਖੋ ਸਤਨਾਮ ਵਾਹਿਗੁਰੂ ਜੀ। ਆਖੋ ਸਤਨਾਮ ਵਾਹਿਗੁਰੂ ਜੀ। ਤੇ ਜੇ 10 ਕਿੱਲੇ ਆ ਕਿਸੇ ਦੇ, 10 ਲੱਖ ਕਹੇਗਾ ਅਗਲਾ ਮੇਰੀ ਝੋਲੀ 'ਚ ਪੈਂਦਾ ਸਾਲ ਦਾ, 10 ਲੱਖ ਦੀ ਕਿਹੜਾ ਫਸਲ ਹੋ ਜਾਂਦੀ ਹੈ? ਤੇ ਜਦੋਂ ਮਨਜਿੰਦਰ ਸਿੰਘ 10 ਲੱਖ ਲੈ ਲੂਗਾ 10 ਕਿੱਲਿਆਂ ਦਾ, ਮੇਰੇ ਨਾਲ ਵਾਲਾ ਪਿੱਛੇ ਰਹਿੰਦਾ, ਫਿਰ ਉਹ ਕਹਿੰਦਾ ਮੇਰੀ ਵੀ ਚੱਕ। ਕਰ ਕਤਰ ਕੇ 500-400 ਕਿੱਲਾ ਤੁਹਾਡਾ ਇਕੱਠਾ ਕਰ ਲੈਣਗੇ। ਇਹ ਗੱਲ ਭੁੱਲ ਜਿਓ, ਮੁੜ ਕੇ ਤੁਹਾਨੂੰ ਤੁਹਾਡੇ ਖੇਤ ਲੱਭਣਗੇ। ਆਖੋ ਸਤਨਾਮ ਵਾਹਿਗੁਰੂ ਜੀ। ਨਾ ਕੋਈ ਵੱਟ ਰਹਿਣੀ ਹੈ, ਨਾ ਕੋਈ ਬੰਨਾ ਰਹਿਣਾ, ਨਾ ਕੋਈ ਤੁਹਾਡੀ ਨਿਸ਼ਾਨੀ ਰਹਿਣੀ ਹੈ। ਹੁਣ 500 ਕਿੱਲੇ 'ਚ ਅਗਲਾ ਵੱਟਾਂ ਥੋੜੋ ਰੱਖੂਗਾ ਤੁਹਾਡੀ। ਅਗਲਾ ਪੁਆਇੰਟ ਸੁਣ ਲਓ, 1-2 ਸਾਲ ਤੁਹਾਨੂੰ ਸੋਹਣਾ ਰੇਟ ਦੇ ਦੇਣਗੇ। ਨੁਕਤਾ ਸਮਝ ਲਿਓ ਧਿਆਨ ਨਾਲ, ਅਸੀਂ ਸਮਝਦੇ ਨਹੀਂ ਗੱਲ। ਫਿਰ ਤੁਹਾਨੂੰ ਪਹਿਲ ਦੇਣਗੇ ਵੀ ਤੁਹਾਡੇ ਖੇਤ 'ਚ ਆ ਚੀਜ਼ ਬਣੀ ਹੈ, ਤੁਹਾਨੂੰ ਪਹਿਲ ਹੈ, ਤੁਸੀਂ ਇੱਥੇ ਮਹੀਨਾਵਾਰੀ ਕੰਮ ਕਰਨਾ ਚਾਹੁੰਦੇ ਹੋ। ਅਸੀਂ ਕਵਾਂਗੇ ਹੋਰ ਕੀ ਚਾਹੀਦਾ ਹੈ? ਨਾਲੇ ਲੱਖ ਰੁਪਈਆ ਸਾਲ ਦਾ ਖੇਤ ਦਾ ਮਿਲਦਾ, ਨਾਲੇ ਨੌਕਰੀ ਮਿਲਦੀ ਹੈ। ਜਿਵੇਂ ਟਾਵਰ ਲੱਗੇ ਸੀ ਆ ਰੇਂਜ ਵਾਲੇ, ਥਾਂ ਦਿਓ ਜੀ, ਪੈਸੇ ਲਓ, ਨਾਲੇ ਇੱਥੇ ਇੱਕ ਬੰਦਾ ਨੌਕਰੀ ਕਰੋ ਆਪਣਾ। ਹੁਣ ਤੁਹਾਡੇ ਖੇਤਾਂ 'ਚ ਤੁਹਾਨੂੰ ਡੱਬਾ ਫੜਾ ਕੇ ਮਜ਼ਦੂਰੀ ਲਾਪੇ ਕਰਾਉਣ। ਆਖੋ ਸਤਨਾਮ ਵਾਹਿਗੁਰੂ ਜੀ। ਅਸੀਂ ਹੁੱਬਣਾ ਵੀ ਅਸੀਂ ਆਪਣੀ ਨਾਲੇ ਪਹਿਲ ਮਿਲ ਗਈ ਜੀ ਸਾਨੂੰ, ਨਾਲੇ ਲੱਖ ਰੁਪਈਆ ਮਿਲ ਗਿਆ, ਨਾਲੇ ਮਹੀਨੇ ਦੀ ਤਨਖਾਹ ਮਿਲਦੀ ਹੈ। ਉੱਥੇ ਡੱਬਾ ਚੱਕ ਕੇ ਆਪਣੇ ਖੇਤਾਂ 'ਚ ਕੰਮ ਕਰਨ ਗਏ ਤੁਸੀਂ, 20 ਸਾਲ ਹੋ ਜਾਣਗੇ, 40 ਸਾਲ ਹੋ ਜਾਣਗੇ, ਤੁਹਾਡੀਆਂ ਨਸਲਾਂ ਨੂੰ ਚੇਤਾ ਹੀ ਭੁੱਲ ਜਾਣਾ ਸਾਡੀ ਕੋਈ ਜ਼ਮੀਨ ਵੀ ਹੁੰਦੀ ਸੀ। ਆਖੋ ਸਤਨਾਮ ਵਾਹਿਗੁਰੂ ਜੀ। ਭੁੱਲ ਜਾਣਗੇ ਨਾ ਆਉਣ ਵਾਲੇ, ਦਿਮਾਗ ਉੱਥੇ ਹੀ ਸੈੱਟ ਹੋ ਜਾਣਾ ਵੀ ਇੱਥੇ ਅਸੀਂ ਕੰਮ ਕਰਨਾ। ਇੱਕ ਪੁਆਇੰਟ ਹੋਰ ਹੈ ਬੜਾ ਗਹਿਰਾ, ਉਹ ਵੀ ਸਮਝ ਲਿਓ। ਜ਼ਮੀਨ ਗਈ, ਚਲੋ ਮੰਨ ਲਓ ਕੋਈ 5 ਸਾਲ ਦੀ ਲੀਜ਼ ਕਰਦਾ ਹੈ, ਉਹ ਤੁਹਾਨੂੰ ਲੱਖ ਰੁਪਈਆ ਸਾਲ ਦਾ ਦਿੰਦਾ ਹੈ। ਉਹਨੂੰ ਇੱਕ ਹੱਕ ਇਹਨਾਂ ਬਿੱਲਾਂ 'ਚ ਹੋਰ ਦੇਤਾ ਵੀ ਜਿਹੜਾ ਬੰਦਾ ਲੀਜ਼ ਤੇ ਲਊਗਾ ਨਾ, ਉਹਨਾਂ ਪੇਪਰਾਂ ਤੇ ਉਹਨੂੰ ਉਸ ਜ਼ਮੀਨ ਤੇ ਲੋਨ ਮਿਲ ਸਕਦਾ। ਮੰਨ ਲਓ ਮੈਂ ਤੁਹਾਡੇ 10 ਕਿੱਲੇ ਲੀਜ਼ ਤੇ ਲੈ ਲਏ, ਮੈਂ ਉਹਨਾਂ 10 ਕਿੱਲਿਆਂ ਤੋਂ ਉਸੇ ਪੇਪਰਾਂ ਦੇ ਆਧਾਰ ਤੇ ਲੋਨ ਚੱਕ ਸਕਦਾ ਹੈ। ਤੇ ਸਰਕਾਰ ਇੱਕ ਖੇਤ ਤੇ ਕਿੰਨਾ ਲੋਨ ਦਿੰਦੀ ਹੈ? ਕਿਤੇ 10 ਲੱਖ, ਕਿਤੇ 15 ਲੱਖ। ਤੁਹਾਨੂੰ ਦਿੱਤਾ ਲੱਖ ਰੁਪਈਆ ਸਾਲ ਦਾ, ਤੁਹਾਡੇ ਇੱਕ ਖੇਤ ਤੇ ਲੋਨ ਚੱਕਿਆ 15 ਲੱਖ, 14 ਬਚਾ ਗਿਆ। ਲੱਖ ਤੁਹਾਨੂੰ ਦੇਤਾ, 14 ਬਚ ਗਿਆ ਕਿੱਲੇ ਪਿੱਛੇ।
ਅਗਲਾ ਪੁਆਇੰਟ ਉਸ ਬਿੱਲ ਦਾ ਵੀ ਜਿਹਨੇ ਲੀਜ਼ ਕੀਤੀ ਹੈ ਉਹ ਭਾਵੇਂ 6 ਮਹੀਨਿਆਂ ਬਾਅਦ ਤੋੜ ਦੇਵੇ, ਜਿਹੜਾ ਜ਼ਮੀਨ ਦਾ ਮਾਲਕ ਹੈ ਉਹ ਨਹੀਂ ਤੋੜ ਸਕਦਾ ਜਿੰਨੇ ਚਿਰ ਦੀ ਹੋਈ ਹੋਵੇ ਉਹਦੇ ਵਿੱਚ। ਤੇ ਅਗਲਾ ਤੁਹਾਡੀ ਜ਼ਮੀਨ ਤੇ ਚੱਕ ਕੇ ਕਰਜ਼ਾ 500 ਕਿੱਲੇ ਤੇ ਸਾਲ ਬਾਅਦ ਲੀਜ਼ ਤੋੜ ਕੇ ਆਉ ਜਾਊਗਾ, ਫਿਰ ਆਪੇ ਹੀ ਮਜ਼ਦੂਰੀ ਕਰਕੇ ਕਰਜ਼ਾ ਲਾਉਂਦੇ ਰਹੋ। ਆਖੋ ਸਤਨਾਮ ਵਾਹਿਗੁਰੂ ਜੀ। ਫਿਰ ਜਾਂ ਤੁਹਾਡੀ ਜ਼ਮੀਨ ਜਾਊਗੀ ਜਾਂ ਫਾਹਾ ਲੈ ਕੇ ਆਪਾਂ ਜਾਵਾਂਗੇ। ਕੁਰਕੀ ਹੋਣੀ ਹੈ ਜਦੋਂ। ਅਗਲੀ ਬੇਨਤੀ ਸੁਣ ਲਓ, ਇਸੇ ਗੱਲ 'ਚ ਹੀ ਅਗਲਾ ਕਰਜ਼ਾ ਚੱਕੂਗਾ, 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲ ਬਾਅਦ ਤੁਹਾਡਾ ਲੀਜ਼ ਤੋੜੂਗਾ ਤੇ ਗਵਰਨਮੈਂਟ ਨੇ ਇਹ ਕਹਿਤਾ ਵੀ ਕਿਸਾਨ ਕੋਰਟ 'ਚ ਜਾ ਨਹੀਂ ਸਕਦਾ। ਐਸਡੀਐਮ ਨਵੇੜੇਗਾ, ਕਮਿਸ਼ਨਰ ਨਵੇੜੇਗਾ। ਓਏ ਅਗਲੇ ਤਾਂ ਬਹੁਤੇ ਪਹਿਲਾਂ ਹੀ ਉਹਨਾਂ ਦੀਆਂ ਜੇਬਾਂ 'ਚ ਹੁੰਦੇ ਆ। ਆਖੋ ਸਤਨਾਮ ਵਾਹਿਗੁਰੂ ਜੀ। ਕੋਰਟ ਤੁਸੀਂ ਨਹੀਂ ਜਾ ਸਕਦੇ, ਫਿਰ ਰੁਲ ਗਏ ਤੁਸੀਂ। ਬਣ ਗਿਆ ਮੁਗਲਾਂ ਵਾਲਾ ਹਾਲਾਤ। ਆਪਣੇ ਖੇਤ 'ਚ ਆਪੇ ਹੀ ਮਜ਼ਦੂਰੀ ਕਰਕੇ ਤੇ ਜਿੰਨਾ ਕੁ ਮਿਲਦਾ ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਵੀ ਰੋਟੀ ਖਾਓਗੇ, ਬਾਕੀ ਕਿਸ਼ਤਾਂ 'ਚ ਕਰਜ਼ਾ ਹੀ ਲਾਉਂਗੇ ਬੈਂਕ ਦਾ। ਇਹੀ ਕੰਮ ਹੋਣਾ ਹੈ। ਤਾਂ ਬਜ਼ੁਰਗ ਬੈਠੇ ਐ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਕਹਿੰਦੇ ਵੀ ਇਹ ਸਰਕਾਰੀ ਬੰਦੇ ਬੈਠੇ ਆ। ਦਿੱਲੀ ਕਿਸਾਨ ਪਹੁੰਚੇ ਐ, ਵੱਡੇ ਵੱਡੇ ਚੈਨਲਾਂ ਤੇ ਚੱਲ ਪਿਆ ਜੀ ਇਹ ਖਾਲਿਸਤਾਨ ਵਾਲਿਆਂ ਦੇ ਹਮੈਤੀ ਆ। ਲੈ ਹੋਰ ਕੁਝ ਦਿਸਦਾ ਹੀ ਨਹੀਂ ਵੀ ਜਿਹੜੇ ਯੂਪੀ ਮੇਰਠ ਤੋਂ ਆਏ ਆ ਉਹ ਵੀ ਖਾਲਿਸਤਾਨੀ ਹੈ। ਅਗਲੇ ਆਪਣੇ ਹੱਕ ਲੈਣ ਲਈ ਬੈਠੇ ਐ ਵੀ ਜਿਹੜੇ ਬਿੱਲ ਪਾਸ ਕੀਤੇ ਵਾਪਸ ਲਵੋ। ਤੇ ਤੁਸੀਂ ਵੀ ਅਰਦਾਸ ਕਰਿਓ ਘਰਾਂ 'ਚ ਬਹਿ ਕੇ, ਇੱਕ ਚੌਪਈ ਸਾਹਿਬ, 2 ਪਾਠ ਚੌਪਈ ਸਾਹਿਬ, ਜਪਜੀ ਸਾਹਿਬ ਉਹਨਾਂ ਮੋਰਚੇ ਵਾਲੇ ਸਿੰਘਾਂ ਲਈ ਕਰਿਓ ਵੀ ਮਹਾਰਾਜ ਉਹਨਾਂ ਤੇ ਕਿਰਪਾ ਕਰਕੇ ਫਤਿਹ ਕਰਨ, ਉਹਨਾਂ ਦੇ ਇਹ ਮੰਗਾਂ ਪੂਰੀਆਂ ਹੋ ਜਾਣ। ਸੋ ਕਹਿਣ ਤੋਂ ਭਾਵ ਇਹ ਤੁਹਾਡੇ 5-7 ਮਿੰਟ ਮੈਂ ਤਾਂ ਇੱਧਰ ਨੂੰ ਲਏ ਐ ਵੀ ਤੁਹਾਨੂੰ ਪਤਾ ਲੱਗੇ ਬਿੱਲਾਂ ਦੇ ਵਿੱਚ ਹੈ ਕੀ ਹੈ, ਸਾਡਾ ਹਾਲਾਤ ਕੀ ਹੋਣਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਮਾਲਕ ਬਣਾਇਆ ਸੀ ਇਹਨਾਂ ਜ਼ਮੀਨਾਂ ਦੇ। ਮੁੜ ਕੇ ਫਿਰ ਮਜ਼ਦੂਰ ਬਣਨ ਦੀ ਤਿਆਰੀ ਕਰੋ। ਬਿਹਾਰ ਵਾਲੇ ਆਉਂਦੇ ਆ ਨਾ ਤੁਹਾਡੇ ਖੇਤਾਂ 'ਚ ਕੰਮ ਕਰਨ, ਉਹਨਾਂ ਨੂੰ ਕਦੇ ਪੁੱਛਿਓ ਉਹਨਾਂ ਤੋਂ ਕੰਮ ਕਰਦਿਆਂ ਤੋਂ ਵੀ ਤੁਹਾਡੀ ਬਿਹਾਰ 'ਚ ਜ਼ਮੀਨ ਹੈਗੀ ਆ? ਉਹ ਕਹੂਗਾ 10 ਕਿੱਲੇ, 15 ਬਿੱਗੇ, 20 ਬਿੱਗੇ। ਅੱਛਾ ਭਾਈ ਤੂੰ ਉੱਥੇ ਖੇਤੀ ਕਿਉਂ ਨਹੀਂ ਕਰਦਾ? ਕਹਿੰਦਾ ਕਦਰ ਨਹੀਂ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਅਗਲੇ ਇੱਥੇ ਆ ਗਿਆ ਮਜ਼ਦੂਰੀ ਕਰਨ। ਹੁਣ ਤੁਹਾਡੇ ਨਾਲ ਬਿਹਾਰ ਵਾਲੀ ਹੋਣੀ ਹੈ, ਗਾਂ ਤਾਂ ਤਾਰਾਂ ਲੱਗੀਆਂ, ਉਹ ਨਹੀਂ ਉਦਾਂ ਨਹੀਂ ਲੰਘਣ ਦੇਣਾ। ਆਖੋ ਸਤਨਾਮ ਵਾਹਿਗੁਰੂ ਜੀ। ਪਾਕਿਸਤਾਨ ਵਾਲਿਆਂ ਨੇ, ਬਿਹਾਰ ਵਾਲੇ ਤਾਂ ਇੱਥੇ ਆ ਕੇ ਕਰ ਗਏ ਮਜ਼ਦੂਰੀ। ਆਪਾਂ ਕਿ ਇਹਨੂੰ ਜਾਣਾ ਹੈ। ਇਸ ਕਰਕੇ ਸਾਥ ਦਿਓ, ਇਸ ਕਰਕੇ ਉਹਨਾਂ ਬਜ਼ੁਰਗਾਂ ਦਾ, ਉਹਨਾਂ ਨੌਜਵਾਨ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ, ਨਾ ਕਿ ਬੈਠੇ ਕਮੈਂਟ ਕਰ ਕਰਕੇ ਤੇ ਲੋਕਾਂ ਦੇ ਉੱਤੇ ਟਰੋਲ ਕਰਨੇ ਚਾਹੀਦੇ।